ਤੇ ਉਹਨੂੰ ਇੰਨਾ ਵੀ ਨਹੀਂ ਜਰਿਆ ਵੀ ਮੇਰੇ ਕੋਲੇ ਬੈਠੇ ਤੋਂ ਮੇਰੇ ਕੰਨ 'ਚ ਹੀ ਗੱਲ ਕਰ ਲੈਂਦਾ, ਬੈਠੇ ਹੀ ਕੋਈ ਤਰੀਕੇ ਦੇ ਨਾਲ ਐ ਗੋਡੇ 'ਤੇ ਹੱਥ ਲਾ ਦਿੰਦਾ ਵੀ ਅੰਕਲ ਮੈਂ ਹੁਣ ਨਵਾਂ ਆਇਆ, ਮੇਰਾ ਖਿਆਲ ਰੱਖਿਓ। ਤੇ ਘਰ ਆਏ ਨੂੰ ਜੇ ਕੋਈ ਛੋਟਾ ਤੁਹਾਡੇ ਘਰੇ ਆਉਂਦਾ ਤੇ ਆਸ਼ੀਰਵਾਦ ਤਾਂ ਕਿਸੇ ਨੂੰ ਵੀ ਦਿੱਤਾ ਜਾ ਸਕਦਾ। ਮੈਂ ਵੀ ਕਹਿਣਾ ਵੀ ਮੈਂ ਉਸ ਨੂੰ ਆਉਣ ਤੋਂ ਵੈਲਕਮ ਵੀ ਕੀਤਾ। ਦੂਜੇ ਪਾਸੇ ਇਹ ਵੀ ਕਿਹਾ ਵੀ ਜੇ ਟਿਕਟ ਵੀ ਦੇਣੀ ਹੋ ਪਾਰਟੀ ਨੂੰ ਉਹ ਕਰ ਲਾਂਗੇ। ਪਰ ਮੈਨੂੰ ਇਹ ਦੱਸੋ ਵੀ ਜਦੋਂ ਉਹਨੂੰ ਇੱਕ ਸਿਟਿੰਗ MLA ਇੰਨਾ ਰਿਗਾਰਡ ਦੇ ਰਿਹਾ ਹੈ, ਕੀ ਉਹਦਾ ਬਣਦਾ ਸੀ ਵੀ ਜੇ ਮੈਨੂੰ ਪਾਰਟੀ ਨੇ ਟਿਕਟ ਨਾ ਦਿੱਤੀ ਤਾਂ ਮੈਂ ਆਜ਼ਾਦ ਲੜਾਂਗਾ? ਕਈ ਗੱਲਾਂ ਅੰਦਰ ਰਹਿਣੀਆਂ ਚਾਹੀਦੀਆਂ, ਬਾਹਰ ਨਹੀਂ ਜਾਣੀਆਂ ਚਾਹੀਦੀਆਂ। ਪਰ ਜਦੋਂ ਸਿਰ ਤੋਂ ਪਾਣੀ ਲੰਘਦਾ ਦਿਸੇ ਤਾਂ ਕੁਦਰਤੀ ਤੌਰ 'ਤੇ ਫਿਰ ਬੋਲਣਾ ਵੀ ਬਣ ਜਾਂਦਾ ਹੁਣ। ਤਾਂ ਮੈਨੂੰ ਵੀ ਉਮੀਦ ਹੈ ਕਿ ਪਾਰਟੀ ਮੇਰੀ ਇਸ ਅਪੀਲ ਨੂੰ, ਮੇਰੀ ਰਿਕੁਐਸਟ ਨੂੰ ਨਜ਼ਰ ਅੰਦਾਜ਼ ਨਹੀਂ ਕਰੇਗੀ ਤੇ ਮੈਨੂੰ ਮਾਨਸਾ ਤੋਂ ਟਿਕਟ ਦੇ ਕੇ ਨਿਵਾਜੂਗੀ। ਜਿਹੜਾ ਵੀ 2 ਵਜੇ ਤੋਂ ਬਾਅਦ ਲਿਸਟ ਜਾਰੀ ਹੋ ਸਕਦੀ ਹੈ, ਇਹ ਕਾਗਜ਼ ਭਰਨ ਤੱਕ ਪਾਰਟੀ ਕੋਲੇ ਸਮੀਖਿਆ ਕਰਨ ਦਾ ਟਾਈਮ ਹੁੰਦਾ ਹੈ। ਬਲਕਿ ਇਸ ਵਾਰ ਟਿਕਟ ਜਾਰੀ ਕਰਕੇ ਤਾਂ ਉਹਨੂੰ ਜ਼ਿਆਦਾ ਪਤਾ ਲੱਗ ਜਾਏਗਾ ਵੀ ਕੀ ਰਿਐਕਸ਼ਨ ਆ ਰਿਹਾ ਲੋਕਾਂ 'ਚੋਂ, ਤੇ ਉਹ ਰਿਐਕਸ਼ਨ ਮੁਤਾਬਕ ਪਾਰਟੀ ਫੈਸਲਾ ਆਪਦਾ ਬਦਲ ਵੀ ਸਕਦੀ ਹੈ। ਕਿਉਂਕਿ ਪਾਰਟੀ ਦੇ ਹਿੱਤ 'ਚ, ਪਾਰਟੀ ਦੀ ਚੜ੍ਹਦੀ ਕਲਾ ਵਾਸਤੇ, ਲੋਕ ਹਿੱਤ ਦੇ ਵਿੱਚ ਕਈ ਵਾਰੀ ਫੈਸਲੇ ਲਏ ਹੋਏ ਬਦਲਣੇ ਵੀ ਪੈਂਦੇ ਨੇ। ਤੇ ਦੂਜਾ ਜਿਹੜੀ ਤੁਸੀਂ ਸਵਾਲ ਕੀਤਾ ਹੈ ਕਿ ਮੈਂ ਆਜ਼ਾਦ ਚੋਣ ਲੜਾਂਗਾ, ਦੇਖੋ ਇਸ ਤਰ੍ਹਾਂ ਦਾ ਜਦੋਂ ਪਾਰਟੀ ਦੇ ਸਾਹਮਣੇ ਅਸੀਂ ਅਪੀਲ ਚਾਰਾਜੋਈ ਬੇਨਤੀ ਕਰ ਸਕਦੇ ਹਾਂ ਕਿ ਪ੍ਰੋਟੋਕੋਲ ਨੂੰ ਧਿਆਨ 'ਚ ਰੱਖ ਕੇ ਹੀ ਗੱਲ ਕੀਤੀ ਜਾਵੇ, ਤਾਂ ਮੈਨੂੰ ਵੀ ਉਮੀਦ ਹੈ ਕਿ ਪਾਰਟੀ ਮੇਰੀ ਇਸ ਅਪੀਲ ਨੂੰ, ਮੇਰੀ ਰਿਕੁਐਸਟ ਨੂੰ ਨਜ਼ਰ ਅੰਦਾਜ਼ ਨਹੀਂ ਕਰੇਗੀ ਤੇ ਮੈਨੂੰ ਮਾਨਸਾ ਤੋਂ ਟਿਕਟ ਦੇ ਕੇ ਨਿਵਾਜੂਗੀ। ਨਾਜਰ ਸਿੰਘ ਜੀ, ਜਦੋਂ ਸਿੱਧੂ ਮੂਸੇਵਾਲਾ ਮਾਨਸਾ ਹਲਕੇ ਦੇ ਵਿੱਚ ਗਰਾਂਟਾਂ ਵੰਡ ਰਿਹਾ ਸੀ ਤੇ ਨੀਂਹ ਪੱਥਰ ਰੱਖ ਰਿਹਾ ਸੀ, ਤਾਂ ਉਦੋਂ ਕਿਉਂ ਨਹੀਂ ਆਵਾਜ਼ ਉਠਾਈ ਤੁਸੀਂ? ਆਵਾਜ਼ ਉਠਾਈ ਸੀ ਜੀ। ਕੁਛ ਗੱਲਾਂ ਇਹ ਹੁੰਦੀਆਂ ਪਬਲਿਕ ਕਰਨੀਆਂ ਪੈਂਦੀਆਂ ਜੋ ਮਜਬੂਰੀ ਹੋ ਜੇ, ਸਿਰ ਤੋਂ ਪਾਣੀ ਲੰਘ ਜੇ। ਕੁਛ ਇਹ ਹੁੰਦਾ ਮਰਜ਼ਾਦਾ ਨੂੰ ਧਿਆਨ 'ਚ ਰੱਖਦੇ ਹੋਏ ਜੇ ਅਸੀਂ ਪਾਰਟੀ ਤੋਂ ਪ੍ਰੋਟੋਕੋਲ ਦੇ ਪਾਲਣਾ ਦੀ ਗੱਲ ਕਰਦੇ ਹਾਂ ਤਾਂ ਕੁਛ ਪ੍ਰੋਟੋਕੋਲ ਸਾਡੇ 'ਤੇ ਵੀ ਲਾਗੂ ਹੁੰਦੇ ਨੇ ਵੀ ਅਸੀਂ ਇੰਟਰਨਲ ਜਿਹੜੀ ਹੈਗਾ ਪਾਰਟੀ ਦੇ ਵਿੱਚ ਕਿਸੇ ਤਰ੍ਹਾਂ ਦਾ ਖਲਾਰਾ ਨਾ ਪਾਈਏ। ਇਹ ਆਵਾਜ਼ ਟਾਈਮ ਤੇ ਪਹੁੰਚਾਈ ਗਈ ਆ ਉਹਨਾਂ। ਸਿੱਧੂ ਮੂਸੇਵਾਲੇ ਕੋਲੇ ਕੋਈ ਸੰਵਿਧਾਨਿਕ ਅਹੁਦਾ ਵੀ ਨਹੀਂ ਸੀਗਾ। ਸੰਵਿਧਾਨਿਕ ਅਹੁਦਾ ਤੁਹਾਡੇ ਕੋਲ ਸੀ, ਤੁਸੀਂ ਵਿਧਾਇਕ ਸੀ, ਤੁਹਾਡਾ ਹੱਕ ਬਣਦਾ ਸੀ, ਤੁਸੀਂ ਕਿਉਂ ਨਹੀਂ ਬੋਲੇ ਫਿਰ? ਕਿਉਂ ਮੈਂ ਉਹਨਾਂ ਨੂੰ ਦੇਖੋ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਕਿ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀ ਚਾਰ ਦੀਵਾਰੀ ਦੇ ਵਿੱਚ ਬੈਠ ਕੇ ਹੀ ਗੱਲਾਂ ਕਰਨੀਆਂ ਬਣਦੀਆਂ ਨੇ। ਤੁਹਾਡਾ ਪਰਿਵਾਰ ਹੋਵੇ, ਚਾਹੇ ਪਾਰਟੀ ਹੋਵੇ, ਚਾਹੇ ਸਮਾਜ ਦੇ ਵਿੱਚ ਤੁਹਾਡੇ ਤੁਸੀਂ ਕਿਸੇ ਹੋਰ ਸੰਸਥਾ ਦੇ ਮੈਂਬਰ ਹੋ, ਕਈ ਗੱਲਾਂ ਅੰਦਰ ਰਹਿਣੀਆਂ ਚਾਹੀਦੀਆਂ, ਬਾਹਰ ਨਹੀਂ ਜਾਣੀਆਂ ਚਾਹੀਦੀਆਂ। ਪਰ ਜਦੋਂ ਸਿਰ ਤੋਂ ਪਾਣੀ ਲੰਘਦਾ ਦਿਸੇ ਤਾਂ ਕੁਦਰਤੀ ਤੌਰ 'ਤੇ ਫਿਰ ਬੋਲਣਾ ਵੀ ਬਣ ਜਾਂਦਾ ਹੁੰਦਾ ਹੈ। ਚਰਚਾ ਇਹ ਵੀ ਹੈ ਵੀ ਸਿੱਧੂ ਮੂਸੇਵਾਲਾ ਤੁਹਾਡੇ ਘਰ ਆ ਕੇ ਸੱਤੋਂ ਆਸ਼ੀਰਵਾਦ ਵੀ ਲੈ ਗਏ? ਨਹੀਂ, ਉਹ ਆਸ਼ੀਰਵਾਦ ਨਹੀਂ ਸੀਗਾ ਉਹ। ਦੇਖੋ ਕੋਈ ਵੀ ਕਿਸੇ ਤਰੀਕੇ ਨਾਲ ਆਉਂਦਾ ਹੈ, ਉਹਦੇ ਤਾਇਆ ਜੀ ਇੱਕ ਦਿਨ ਪਹਿਲਾਂ ਆਏ ਸੀ ਮੇਰੇ ਕੋਲੇ, ਸਰਦਾਰ ਚਮਕੌਰ ਸਿੰਘ। ਉਹਨਾਂ ਨੇ ਮੈਥੋਂ ਇਹ ਗੱਲਾਂ ਕਰਦੇ ਵੀ ਮੁੰਡੇ ਨੇ ਸਾਡੇ ਨੇ ਗਲਤੀ ਕਰ ਲਈ, ਤੁਸੀਂ ਕੀ ਦੱਸਣੇ ਹੋ? ਤੇ ਮੈਂ ਉਹਨਾਂ ਨੂੰ ਕੁਝ ਗੱਲਾਂ ਦੱਸੀਆਂ ਸੀ ਵੀ ਯਾਰ ਉਹਨੂੰ ਨਾ ਜੇ ਪਾਰਟੀ ਦੇ ਵਿੱਚ ਆਉਣਾ ਹੀ ਸੀਗਾ ਤਾਂ ਘੱਟੋ ਘੱਟ ਮਾੜੀ ਮੋਟੀ ਨਿਮਰਤਾ ਲੈ ਕੇ ਆਵੇ, ਕੋਈ ਵੱਡਿਆਂ ਪ੍ਰਤੀ ਰਿਸਪੈਕਟ ਸ਼ੋਅ ਕਰੇ। ਮੈਂ ਆਪ ਦੀ ਹੀ ਗੱਲ ਦੱਸੀ ਸੀ ਉਹਨਾਂ ਨੂੰ ਵੀ ਅਸੀਂ ਇੱਕ ਕਾਲਜ ਤੋਂ ਪੜ੍ਹੇ, ਉਹ 34 ਸਾਲ ਮੈਥੋਂ ਬਾਅਦ 'ਚ ਉੱਥੋਂ ਇੰਜੀਨੀਅਰਿੰਗ ਕਰਕੇ ਆਇਆ। ਤੇ ਮੈਨੂੰ ਉਹ ਜਦੋਂ ਆਇਆ ਸੀ, ਘੱਟੋ ਘੱਟ ਯਾਰ ਅਸੀਂ ਆਪਦੇ ਸੀਨੀਅਰ 1 ਜਾਂ 2 ਸਾਲ ਸੀਨੀਅਰ ਹੋਵੇ, ਉਹਨੂੰ ਵੀ ਅਸੀਂ ਇੱਜ਼ਤ ਦਿੰਦੇ ਹਾਂ, ਮਾਣ ਦਿੰਦੇ ਹਾਂ। ਕੁਰਸੀ 'ਤੇ ਬੈਠੇ ਉਹਨੂੰ ਛੱਡਦੇ ਹਾਂ ਕੁਰਸੀ ਵੀ ਤੁਸੀਂ ਬੈਠੋ ਜੀ, ਸਰ ਕਹਿ ਕੇ ਬੁਲਾਉਣੇ ਆ। ਤੇ ਉਹਨੂੰ ਇੰਨਾ ਵੀ ਨਹੀਂ ਜਰਿਆ ਵੀ ਮੇਰੇ ਕੋਲੇ ਬੈਠੇ ਤੋਂ ਮੇਰੇ ਕੰਨ 'ਚ ਹੀ ਗੱਲ ਕਰ ਲੈਂਦਾ, ਬੈਠੇ ਹੀ ਕੋਈ ਤਰੀਕੇ ਦੇ ਨਾਲ ਐ ਗੋਡੇ 'ਤੇ ਹੱਥ ਲਾ ਦਿੰਦਾ ਵੀ ਅੰਕਲ ਮੈਂ ਹੁਣ ਨਵਾਂ ਆਇਆ, ਮੇਰਾ ਖਿਆਲ ਰੱਖਿਓ। ਮੈਂ ਯਾਰ ਇੰਨੀ ਕੁ ਤਾਂ ਉਹਨੂੰ ਹੋਣੀ ਚਾਹੀਦੀ ਹੈ। ਜੇ ਪੋਲੀਟਿਕਸ 'ਚ ਐਂਟਰ ਹੋ ਰਿਹਾ ਹੈ, ਗਾਇਕ ਹੋਣਾ ਹੋਰ ਚੀਜ਼ ਹੁੰਦੀ ਹੈ, ਬਟ ਪੋਲੀਟਿਕਸ ਦੇ ਵਿੱਚ ਐਂਟਰ ਹੋ ਕੇ ਹਰ ਪੜਾਅ ਤੇ ਜਾਣੀ ਤੁਸੀਂ ਮਤਲਬ ਕਿ ਚੈਲੰਜ ਦਾ ਸਾਹਮਣਾ ਕਰਨਾ, ਲੋਕਾਂ ਦੀਆਂ ਗੱਲਾਂ ਦਾ ਸਾਹਮਣਾ ਕਰਨਾ, ਸਵਾਲਾਂ ਦਾ ਸਾਹਮਣਾ ਕਰਨਾ, ਇਹ ਗੱਲ ਟੋਟਲੀ ਡਿਫਰੈਂਟ ਹੁੰਦੀ ਹੈ। ਤੇ ਉਹ ਗੱਲਾਂ ਨੂੰ ਸੁਣ ਕੇ ਜਿਹੜੀ ਮਤਲਬ ਕਿ ਉਹਨਾਂ ਨੇ ਹੋ ਸਕਦਾ ਦੂਜੇ ਨੇ ਸਲਾਹ ਕੀਤੀ ਹੋਵੇ, ਉਹਨੂੰ ਲੈ ਕੇ ਮੇਰੇ ਘਰੇ ਆ ਗਏ ਤੇ ਮੈਨੂੰ ਮਿਲੇ। ਉਹ ਜਿਸ ਤਰ੍ਹਾਂ ਦਾ ਆਪਣਾ ਫਾਰਮੈਲਿਟੀ ਹੁੰਦੀ ਹੈ, ਇੱਕ ਸਾਈਡ ਤੇ ਬੈਠੇ ਰਹੇ, ਮੈਨੂੰ ਕਹਿ ਕੇ ਅੰਕਲ ਬਸ ਠੀਕ ਹੈ ਜੀ, ਖਿਆਲ ਰੱਖਿਓ ਜੀ, ਇਹ ਆਸ਼ੀਰਵਾਦ ਕਹਿ ਲਓ, ਜੋ ਮਰਜ਼ੀ ਕਹਿ ਲਓ। ਤੇ ਘਰ ਆਏ ਨੂੰ ਜੇ ਕੋਈ ਛੋਟਾ ਤੁਹਾਡੇ ਘਰੇ ਆਉਂਦਾ ਤੇ ਆਸ਼ੀਰਵਾਦ ਤਾਂ ਕਿਸੇ ਨੂੰ ਵੀ ਦਿੱਤਾ ਜਾ ਸਕਦਾ। ਮੈਂ ਵੀ ਕਹਿਣਾ ਵੀ ਮੈਂ ਉਸ ਨੂੰ ਆਉਣ ਤੋਂ ਵੈਲਕਮ ਵੀ ਕੀਤਾ। ਦੂਜੇ ਪਾਸੇ ਇਹ ਵੀ ਕਿਹਾ ਵੀ ਜੇ ਟਿਕਟ ਵੀ ਦੇਣੀ ਹੋ ਪਾਰਟੀ ਨੂੰ ਉਹ ਕਰ ਲਾਂਗੇ। ਪਰ ਮੈਨੂੰ ਇਹ ਦੱਸੋ ਵੀ ਜਦੋਂ ਉਹਨੂੰ ਇੱਕ ਸਿਟਿੰਗ MLA ਇੰਨਾ ਰਿਗਾਰਡ ਦੇ ਰਿਹਾ ਹੈ, ਕੀ ਉਹਦਾ ਬਣਦਾ ਸੀ ਵੀ ਜੇ ਮੈਨੂੰ ਪਾਰਟੀ ਨੇ ਟਿਕਟ ਨਾ ਦਿੱਤੀ ਤਾਂ ਮੈਂ ਆਜ਼ਾਦ ਲੜਾਂਗਾ? ਇਹ ਬਚਕਾਨਾ ਗੱਲਾਂ, ਇਮਚਿਓਰ ਗੱਲਾਂ ਇਹ ਪਾਰਟੀ ਨੂੰ ਹਾਰਮ ਨਹੀਂ ਕਰਦੀਆਂ। ਤਾਂ ਉਸ ਇਸ਼ੂ 'ਤੇ ਮੈਂ ਪਹਿਲੀ ਵਾਰ ਲਿਵਿੰਗ ਇੰਡੀਆ ਨੇ ਮੇਰੀ ਸਟੇਟਮੈਂਟ ਲਈ ਸੀ, ਉਹਦੇ ਜ਼ਰੂਰ ਕਿਹਾ ਸੀ
ਵੀ ਇਨ ਕੇਸ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਤੇ ਫਿਰ ਅਸੀਂ ਵੀ ਚੁੱਪ ਨਹੀਂ ਬੈਠਾਂਗੇ, ਅਸੀਂ ਬੋਲਾਂਗੇ। ਨਾਜਰ ਸਿੰਘ ਜੀ ਤੁਸੀਂ ਉਸ ਤੋਂ ਬਾਅਦ ਹੀ ਮੈਂ ਬੋਲਣਾ ਸ਼ੁਰੂ ਹੋਇਆ। ਉਦੋਂ ਤੱਕ ਮੇਰੀ ਇੱਕ ਸਟੇਟਮੈਂਟ ਦਿਖਾ ਦਿਓ ਮੂਸੇ ਵਾਲੇ ਦੇ ਅਗੇਂਸਟ, ਪਾਰਟੀ ਦੇ ਅਗੇਂਸਟ ਜਾਂ ਕਿਸੇ ਦੇ ਵੀ ਅਗੇਂਸਟ, ਜਿੱਦੇ ਉਹਨੇ ਇਹ ਸਟੇਟਮੈਂਟ ਦਿੱਤੀ ਵੀ ਜੇ ਮੈਨੂੰ ਪਾਰਟੀ ਨੇ ਟਿਕਟ ਨਾ ਦਿੱਤੀ ਤਾਂ ਮੈਂ ਆਜ਼ਾਦ ਲੜਾਂਗਾ। ਮੈਂ ਸਿਰਫ ਉਸ ਤੋਂ ਬਾਅਦ ਇਸ ਚੀਜ਼ ਨੂੰ ਕ੍ਰਿਟੀਸਾਈਜ਼ ਕਰ ਲੱਗਾ। ਮਾਨਸਾ ਸਾਹਿਬ ਅਗਰ ਸਿੱਧੂ ਮੂਸੇਵਾਲੇ ਨੂੰ ਟਿਕਟ ਦਿੰਦੀ ਆ ਪਾਰਟੀ ਤੁਹਾਡੀ ਕੱਟ ਕੇ ਤਾਂ ਉਹਦੇ ਨਾਲ ਚੱਲੋਗੇ ਜਾਂ ਵਿਰੋਧ ਕਰੋਗੇ? ਇਹ ਟਾਈਮ ਦੱਸੂਗਾ ਜੀ, ਟਾਈਮ ਵਿਲ ਟੈਲ। ਅੱਜ ਦੀ ਜੋ ਹਾਲਾਤ ਹੈ, ਮੈਂ ਜਦੋਂ ਇਸ ਚੀਜ਼ ਨੂੰ ਕ੍ਰਿਟੀਸਾਈਜ਼ ਕਰ ਰਿਹਾ ਵੀ ਉਹਨੂੰ ਟਿਕਟ ਦੇਣੀ ਨਹੀਂ ਬਣਦੀ ਤਾਂ ਫਿਰ ਨਾਲ ਚੱਲਣ ਦੇ ਜਾਂ ਕੋਈ ਹੋਰ ਹੈ ਤਾਂ ਕੁਦਰਤੀ ਤੌਰ ਤੇ ਫਿਰ ਵਿਚਾਰ ਕਰਨੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਤੁਸੀਂ ਕਾਂਗਰਸ Right ਜੁਆਇਨ ਜੀ। ਕੀਤੀ ਸੀਗੀ ਜੀ। ਹਾਂਜੀ ਹਾਂਜੀ। ਅੱਜ ਜੇਕਰ ਸਿੱਧੂ ਮੂਸੇਵਾਲੇ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ, ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਬਣਾ ਲਈ, ਕਿ ਨਾਜਰ ਸਿੰਘ ਮਾਨਸ਼ਾਹ ਜਾਂ ਉਹਨਾਂ ਦੀ ਪਾਰਟੀ ਵੱਲੋਂ ਇਹ ਗੱਲਾਂ ਇਹ ਵਾਧੀਆਂ ਗੱਲਾਂ ਨੇ ਜੀ। ਇੱਕ ਵਾਰੀ ਅਸੀਂ ਪਾਰਟੀ ਨੂੰ ਆਪਦੀ ਨੂੰ ਹੀ ਠੀਕ ਰਸਤੇ ਤੇ ਲਿਆਉਣ ਦੀ ਜਿਹੜੀ ਹੈਗੀ ਆ ਸਲਾਹ ਦੇਣੀ ਬਣਦੀ ਹੈ, ਕਿਉਂਕਿ ਮੈਂ ਇੱਕ ਕੁਆਲੀਫਾਈਡ ਪਰਸਨ ਹਾਂ, ਐਕਸਪੀਰੀਅੰਸ ਪਰਸਨ ਹਾਂ। ਮੇਰੇ ਹੁਣ 60-61 ਸਾਲ ਦੀ ਉਮਰ ਹੋ ਗਈ ਹੈ। ਐਟ ਦੀ ਸੇਮ ਟਾਈਮ 5 ਸਾਲ ਮੈਂ MLA ਰਿਹਾ ਤੇ 2.5 ਸਾਲ ਤਾਂ MLA ਮੈਂ ਕਾਂਗਰਸ ਦੇ ਵਿੱਚ ਵੀ ਵਿਚਰ ਕੇ ਉਹਨਾਂ ਨੂੰ ਦਿਖਾਤਾ ਹੈ ਵੀ ਸਾਡੀ ਆਪਣੀ ਕੀ ਕਹਿ ਲਓ ਵੀ ਕਿਸ ਤਰ੍ਹਾਂ ਦੀ ਮੈਰਿਟ ਬਣਦੀ ਹੈ, ਕਿਸ ਤਰ੍ਹਾਂ ਦਾ ਸਾਨੂੰ ਮੈਰਿਟ ਦੇ ਮੁਤਾਬਕ ਨਿਵਾਜਣਾ ਚਾਹੀਦਾ। ਮਾਨਸਾ ਸਾਹਿਬ ਸਿੱਧੂ ਮੂਸੇਵਾਲੇ ਨੂੰ ਸਵਾ ਮਹੀਨਾ 1.5 ਮਹੀਨਾ ਹੋਇਆ ਸ਼ਾਮਲ ਹੋਏ ਨੂੰ। ਹਾਂਜੀ। ਔਰ ਉਸ ਤੋਂ ਮਹੀਨਾ 1.5 ਮਹੀਨਾ ਪਹਿਲਾਂ ਹੀ ਕਨਸੂਆਂ ਚੱਲ ਪਈਆਂ ਸੀਗੀਆਂ ਕਿ ਵੀ ਸ਼ਾਮਲ ਹੋ ਰਿਹਾ, ਤਾਂ ਉਦੋਂ ਤੁਸੀਂ ਪਾਰਟੀ ਨੂੰ ਅਵੇਅਰ ਨਹੀਂ ਕੀਤਾ ਵੀ ਇਸ ਤਰ੍ਹਾਂ ਦਾ ਕਿਰਦਾਰ ਹੈ? ਜਦੋਂ ਉਹਨੂੰ ਸ਼ਾਮਲ ਕਰਨ ਦੀ ਗੱਲਾਂ ਸੀ ਤਾਂ ਤੁਹਾਨੂੰ ਵੀ ਅੰਡਰਸਟੂਡ ਹੀ ਹੋਣਾ ਕਿ ਵੀ ਇਸ ਨੂੰ ਪ੍ਰੋਜੈਕਟ ਨਹੀਂ ਸ਼ਾਮਲ ਤਾਂ ਦੇਖੋ ਕੋਈ ਵੀ ਹੁੰਦਾ ਹੈ, ਸ਼ਾਮਲ ਕੋਈ ਵੀ ਹੋਵੇ ਪਾਰਟੀ 'ਚ, ਪਰਿਵਾਰ 'ਚ ਵਾਧਾ ਹੀ ਹੋ ਰਿਹਾ ਤਾਂ ਉਹਦਾ ਵਿਰੋਧ ਕਦੇ ਵੀ ਨਹੀਂ ਕਰਨਾ ਚਾਹੀਦਾ। ਪਰ ਇਹ ਗੱਲ ਤਾਂ ਇਹ ਹੈ ਵੀ ਪਾਰਟੀ ਨੇ ਇਹ ਦੇਖਣਾ ਹੁੰਦਾ ਹੈ ਵੀ ਜੇ ਉਹਨੂੰ ਸੈਲੀਬ੍ਰਿਟੀ ਦੇ ਤੌਰ ਤੇ ਲੈ ਕੇ ਆਏ ਨੇ ਵੀ ਗਾਇਕ ਵੱਡਾ ਸਾਨੂੰ ਕੋਈ ਫਾਇਦਾ ਹੋਊਗਾ ਤਾਂ ਕੁਦਰਤੀ ਤੌਰ ਤੇ ਹੈ ਜਿਹੜੀਆਂ ਕਾਂਗਰਸ ਪਾਰਟੀ ਨੇ ਪਿਛਲੇ ਵਾਰੀ ਸੀਟਾਂ ਲੂਜ਼ ਕੀਤੀਆਂ ਜਿੱਥੇ ਉਹਨਾਂ ਕੋਲੇ ਕੋਈ ਸਿਟਿੰਗ MLA ਨਹੀਂ ਹੈਗੇ ਤਾਂ ਕੁਦਰਤੀ ਤੌਰ ਤੇ ਉੱਥੋਂ ਦੇਖ ਲੈਂਦੇ, ਜਾਂ ਜਿੱਥੇ ਕੋਈ ਵੱਡੀ ਤੋਪ ਉਹਨੂੰ ਲੱਗਦਾ ਵੀ ਅਸੀਂ ਉਹਨੂੰ ਇਨਵੋਲਵ ਕਰਨਾ ਇਹਦੇ ਵਿੱਚ ਵੀ ਉਹ ਬਾਹਰ ਨਾ ਜਾ ਸਕੇ ਜਾਂ ਹਰਾਉਣਾ ਚਾਹੁੰਦੇ ਨੇ ਉਹ, ਤਾਂ ਉਹ ਜਿਹੇ ਵਿਰੁੱਧ ਖੜਾ ਕਰਨ ਜੇ ਉਹ ਇਹ ਸਮਝਦੇ ਨੇ। ਇੱਕ ਜਿੱਤੀ ਹੋਈ ਸੀਟ ਤੇ ਜਿੱਥੇ ਸਿਟਿੰਗ MLA ਬੈਠਾ ਹੈ, ਐਡੇ ਰਿਕਾਰਡ ਨਾਲ ਜਿੱਤਿਆ ਹੋਇਆ, ਉਹਨਾਂ ਕੋਲੇ ਅਵੇਲੇਬਲ ਹੈਗਾ ਤਾਂ ਫਿਰ ਕੁਦਰਤੀ ਤੌਰ ਤੇ ਉਹੋ ਜਿਹੀ ਸੀਟ ਤੇ ਤਾਂ ਉਹੋ ਜਿਹੇ ਬੰਦੇ ਨੂੰ ਨਹੀਂ ਲੈ ਕੇ ਆਉਣਾ ਚਾਹੀਦਾ। ਫਿਰ ਨੰਬਰ 2 ਜੇ ਇਹ ਵੀ ਕਹਿਣ ਵੀ ਉਹ ਇਸ ਹਲਕੇ ਨਾਲ ਵੀ ਸੰਬੰਧਿਤ ਨਹੀਂ ਹੈ, ਉਹ ਸਰੂਗੜ੍ਹ ਹਲਕੇ ਨਾਲ ਸੰਬੰਧਿਤ ਹੈ, ਫਿਰ ਉੱਥੋਂ ਦੇ ਦੇਣ ਜੀ। ਇੱਕ ਜਿਸ ਤਰ੍ਹਾਂ ਇੱਥੋਂ ਦੇ ਹਾਲਾਤ ਹੈ, ਇਸ ਤਰ੍ਹਾਂ ਦੇ ਹਾਲਾਤ ਜਿਹੜੇ ਹੈਗੇ ਨੇ ਮੌੜ ਮੰਡੀ ਦੇ ਆ। ਮੌੜ ਮੰਡੀ ਦੇ ਜਿੰਨੇ ਦਾਅਵੇਦਾਰ ਸੀਗੇ ਉਹਨਾਂ ਨੇ ਇੱਕ ਗਰੁੱਪ ਬਣਾ ਲਿਆ ਕਿ ਅਗਰ ਜਿਹੜਾ ਹੈਗਾ ਇੱਕ ਫੈਮਿਲੀ ਨੂੰ ਟਿਕਟ ਮਿਲਦੀ ਹੈ ਤਾਂ ਅਸੀਂ ਸਾਰਾ ਗਰੁੱਪ ਜਿਹੜਾ ਹੈਗਾ ਇੱਕ ਹੋਰ ਕੈਂਡੀਡੇਟ ਨੂੰ ਉਹਨੂੰ ਪ੍ਰੋਜੈਕਟ ਕਰਾਂਗੇ। ਤਾਂ ਕੀ ਜਿਹੜੇ ਹੋਰ ਇੱਥੇ ਮਾਨਸਾ ਦੇ ਦਾਅਵੇਦਾਰ ਹੈਗੇ ਨੇ ਤਾਂ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਇੱਕ ਮੰਚ ਬਣਾ ਸਕਦੇ ਹੋ? ਇਸ ਤਰ੍ਹਾਂ ਦੀ ਗੱਲ ਬਿਲਕੁਲ ਪੋਸੀਬਿਲਿਟੀਜ਼ ਹੁੰਦੀਆਂ ਜੀ। ਦੇਖੋ ਬੜੀ ਸਿੱਧੀ ਗੱਲ ਹੈ, ਪਾਰਟੀ ਨੂੰ ਪਰਿਵਾਰ ਨੂੰ ਸਟਰੋਂਗ ਕਰਨ ਵਾਸਤੇ ਕਈ ਵਾਰੀ ਆਪ ਦਾ ਕੋਈ ਫੈਸਲਾ ਘਰਦਿਆਂ ਨੂੰ ਸੁਣਾਉਣਾ ਵੀ ਪੈਂਦਾ ਹੈ। 2 ਭਰਾ ਹੁੰਦੇ, ਉਹਨਾਂ 'ਚ ਕੋਈ ਮਤਭੇਦ ਹੁੰਦੇ ਨੇ, ਅੱਡ ਹੋਣ ਤੱਕ ਨੌਬਤ ਚਲੀ ਜਾਂਦੀ ਹੈ ਤੇ ਇੱਥੇ ਪਾਰਟੀ ਦੇ ਵਿੱਚ ਕੰਮ ਕਰਦੇ ਹੋਏ ਜੇ ਮਤਭੇਦ ਨੇ ਸਮਝਾਉਣਾ ਵੀ ਬਣਦਾ ਤੇ ਉਸ ਤੋਂ ਬਾਅਦ ਫਿਰ ਲੋੜੀਂਦੇ ਸਟੈਪ ਲੈਣੇ ਵੀ ਬਣਦੇ ਹੁੰਦੇ ਨੇ। ਮਾਨਸਾ ਸਾਹਿਬ ਤੁਸੀਂ ਕਹਿੰਦੇ ਵੀ ਜੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਮੈਂ ਪਾਰਟੀ ਜੇ ਮੈਨੂੰ ਟਿਕਟ ਨਹੀਂ ਦਿੰਦੀ ਮੈਂ ਤਾਂ ਮਤਲਬ ਆਜ਼ਾਦ ਲੜੂੰਗਾ, ਮੈਨੂੰ ਤਾਂ ਗੁੱਸਾ ਲੱਗਿਆ। ਉਸ ਤੋਂ ਬਾਅਦ ਮੈਂ ਸਾਰਾ ਕੁਝ ਸੋਚਿਆ ਜੇ ਕਿਤੇ ਉਹ ਇਹ ਗੱਲ ਨਾ ਕਹਿੰਦਾ ਤੇ ਪਾਰਟੀ ਨੂੰ ਟਿਕਟ ਦੇ ਦਿੰਦੀ ਫਿਰ ਤੁਸੀਂ ਨਾਲ ਚੱਲਦੇ? ਫਿਰ ਕੁਦਰਤੀ ਤੌਰ ਤੇ ਹੈ, ਫਿਰ ਡਿਫਰੈਂਟ ਹੋਣਾ ਸੀਗਾ। ਦੇਖੋ ਹਾਲਾਤ ਜੇ ਜਿਸ ਦਿਨ ਉਹਨੂੰ ਜੁਆਇਨ ਕਰਾਇਆ ਉਸ ਤੋਂ 2 ਦਿਨ ਬਾਅਦ ਹੀ ਜੇ ਨਾਜਰ ਸਿੰਘ ਮਾਨਸ਼ਾਹੀ ਆ ਉਹਨੂੰ ਵੈਲਕਮ ਕਰ ਰਿਹਾ ਹੈ, ਓਪਨਲੀ ਕਰ ਰਿਹਾ ਹੈ ਤੇ ਨਾਲ ਉਹਦੀ ਟਿਕਟ ਤੇ ਵੀ ਕੋਈ ਇਤਰਾਜ਼ ਨਹੀਂ ਠਾ ਰਿਹਾ ਤਾਂ ਕੁਦਰਤੀ ਹੈ ਨਾ। ਜੇ ਮੈਂ ਪਾਰਟੀ 'ਚ ਇਹ ਸਮਝਦਾ ਵੀ ਮੈਂ ਉਹ ਤੋਂ ਸੀਨੀਅਰ ਹਾਂ, ਕੁਆਲੀਫਾਈਡ ਹਾਂ, 5 ਸਾਲ ਮੈਂ MLA ਰਹਿ ਚੁੱਕਿਆ, ਤਾਂ ਫਿਰ ਉਸ ਤਰ੍ਹਾਂ ਦੀ ਜੇ ਕੋਈ ਇਹ ਬਿਆਨਬਾਜ਼ੀ ਕਰਦਾ ਹੈ ਤਾਂ ਮੇਰੀ ਵੀ ਜ਼ਿੰਮੇਵਾਰੀ ਬਣਦੀ ਹੈ ਮਾਨਸਾ 'ਚ ਬੈਠੇ ਹੋਣ ਕਰਕੇ ਪ੍ਰੈਸ ਦੇ, ਲੋਕਾਂ ਦੇ ਤੇ ਹਾਈ ਕਮਾਂਡ ਦੇ ਧਿਆਨ 'ਚ ਲਿਆਉਣਾ। MLA ਸਾਹਿਬ ਸਿੱਧੂ ਮੂਸੇਵਾਲਾ ਆਪਦੇ ਵਿਰੋਧੀਆਂ ਨੂੰ ਕਹਿੰਦਾ ਵੀ ਉਹ ਮੈਨੂੰ ਬਲੈਕਮੇਲ ਕਰਨ ਦੇ ਵਾਸਤੇ ਮੇਰਾ ਵਿਰੋਧ ਕਰਦੇ ਨੇ, ਕੀ ਤੁਸੀਂ ਵੀ? ਬਲੈਕਮੇਲ ਕਿਸ ਨੂੰ ਕੀਤਾ ਜਾ ਸਕਦਾ ਹੁੰਦਾ ਹੈ? ਠੀਕ ਹੈ, ਕੋਈ ਬੰਦਾ ਮੇਰੇ ਨਾਲ ਰਹਿੰਦਾ ਹੋਵੇ, ਕੋਈ ਬੰਦਾ ਮੈਨੂੰ ਰੋਜ਼ ਫਰੀਕੁਐਂਟਲੀ ਮਿਲਦਾ ਹੋਵੇ, ਮੇਰੀ ਕੋਈ ਐਡਵਾਈਸ ਲੈਂਦਾ ਹੋਵੇ, ਮੇਰਾ ਉਹਦੇ ਨਾਲ ਕੋਈ ਸਾਂਝ ਹੋਵੇ ਕਿਸੇ ਤਰ੍ਹਾਂ ਦੀ ਵੀ, ਤਾਂ ਫਿਰ ਤਾਂ ਬੰਦਾ ਕਹਿ ਸਕਦਾ ਮੈਨੂੰ ਬਲੈਕਮੇਲ ਕਰਦਾ। ਤੇ ਬਲੈਕਮੇਲ ਦਾ ਇਹ ਵੀ ਹੁੰਦਾ ਕੁਛ ਲੋਕਾਂ ਦੇ ਇੰਪ੍ਰੈਸ਼ਨ ਬਣੇ ਹੁੰਦੇ ਨੇ, ਰੈਪੂਟੇਸ਼ਨ ਬਣਿਆ ਹੁੰਦਾ ਵੀ ਕੌਣ ਬਲੈਕਮੇਲਰ ਹੈ ਤੇ ਕੌਣ ਸਹਿਯੋਗੀ ਹੈ। ਤੇ ਮੇਰੇ ਤੇ ਜੇ ਲੋਕਾਂ ਨੂੰ ਨਹੀਂ ਮੈਂ ਕਿਸੇ ਨੂੰ ਬਲੈਕਮੇਲ ਕੀਤਾ 5 ਸਾਲ ਦੇ ਵਿੱਚ ਤਾਂ ਫਿਰ ਮੈਨੂੰ ਇਹ ਦੱਸੋ ਸਿੱਧੂ ਮੂਸੇਵਾਲੇ ਨੂੰ ਇੱਕ ਨੌਜਵਾਨ ਨੂੰ ਐਡੀ ਉਹਦੀ ਫੇਮ ਹੈਗੀ ਹੈ ਤੇ ਮੈਂ ਬਲੈਕਮੇਲ ਕਿਸ ਵਾਸਤੇ ਕਰੂੰ? ਮੈਨੂੰ ਦੱਸ ਤਾਂ ਦਿਓ। ਉਹਦੇ ਵਿੱਚ ਕੁਐਸਚਨ ਨੂੰ ਕਹਿੰਦਾ ਹੈਗਾ ਆਪਦੇ ਵਿਰੋਧੀਆਂ ਨੂੰ ਕਹਿੰਦਾ, ਫਿਰ ਉਹਦੇ ਵਿਰੋਧੀਆਂ 'ਚ ਮੈਂ ਸ਼ਾਮਿਲ ਹਾਂ ਜਾਂ ਨਹੀਂ ਹਾਂ, ਮੈਨੂੰ ਵਿੱਚ ਵਿਰੋਧੀ ਸਮਝਦਾ ਕਿ ਨਹੀਂ ਹੈ। ਜੇ ਸ਼ਾਮਿਲ ਸਮਝਦਾ ਹੈ ਤਾਂ ਫਿਰ ਕਿੰਨਾ ਕੁ ਬਲੈਕਮੇਲ ਮੈਂ ਕਰਦਾ? ਇਹ ਗੱਲਾਂ ਕਹਿਣੀਆਂ ਕਿਸੇ ਨੂੰ ਬਲੈਕਮੇਲ ਕਰਨਾ ਥੋੜ੍ਹਾ ਹੈਗਾ। ਸਰ ਉਹਨੇ ਇਹ ਗੱਲ ਕਹੀ ਹੈ, ਕਹਿੰਦਾ ਵੀ ਜਿਹੜੇ ਮਾਨਸ਼ਾਹੀ ਸਾਹਿਬ ਨੇ ਉਹ ਕਾਂਗਰਸ ਪਾਰਟੀ ਤੋਂ ਨਹੀਂ ਵਿਨਰ ਹੋਏ, ਜਿਹਨਾਂ ਕਿ ਆਮ ਆਦਮੀ ਪਾਰਟੀ ਤੋਂ ਵਿਨਰ ਹੋ ਕੇ ਕਾਂਗਰਸ ਪਾਰਟੀ ਜੁਆਇਨ ਕੀਤੀ। ਇਹਦੇ ਬਾਰੇ ਕੀ ਕਹਿਣਾ ਤੁਸੀਂ? ਇਹਦੇ ਵਿੱਚ ਤਾਂ ਦੇਖੋ ਪਹਿਲਾਂ ਹੀ ਬਹੁਤ ਕੁਝ ਕਿਹਾ ਜਾ ਚੁੱਕਿਆ।
ਠੀਕ ਹੈ। ਨੰਬਰ 2 ਤੇ ਜਦੋਂ ਮੈਂ ਤੁਹਾਨੂੰ ਪਹਿਲਾਂ ਉਹਦਾ ਪਰਿਵਾਰਕ ਪਿਛੋਕੜ ਦੱਸ ਚੁੱਕਿਆ, ਤੇ ਜਦੋਂ ਮੈਂ ਵਿਨਰ ਹੋਇਆ ਸੀ, ਹੋ ਸਕਦਾ 20,469 ਵੋਟਾਂ ਜਿਹੜੀਆਂ ਮੇਰੀ ਲੀਡ ਬਣੀ ਹੈ ਉਹ ਕਾਂਗਰਸ ਕਰਕੇ ਬਣੀ ਹੋਵੇ, ਤੇ ਕਾਂਗਰਸ ਵਾਲਿਆਂ ਨੇ ਫਿਰ ਕੁਦਰਤੀ ਹੈ ਮੇਰੇ ਨਾਲ ਅਟੈਚਮੈਂਟ ਸੀ, ਉਸ ਕਰਕੇ ਮੈਂ ਪਾਰਟੀ 'ਚ ਆਇਆ ਹੋਵਾਂ। ਤੇ ਪਾਰਟੀ 'ਚ ਆ ਕੇ ਇਹ ਦੱਸੋ, ਪ੍ਰੈਸ ਵੀ ਬੈਠੀ ਹੈ ਸਾਰੀ, ਮਾਨਸਾ ਦੇ ਲੋਕ ਵੀ ਸੁਣਦੇ, ਹਾਈ ਕਮਾਂਡ ਵੀ ਸੁਣਦੀ ਹੈ, ਨਾਜਰ ਸਿੰਘ ਦਾ ਕਾਂਗਰਸ ਦਾ ਫਾਇਦਾ ਉਠਾ ਕੇ ਕੋਈ ਰੇਤਾ ਵੇਚਣ ਦਾ ਕੋਈ ਸਕੈਂਡਲ ਹੋਵੇ, ਮੇਰਾ ਕੋਈ ਸ਼ਰਾਬ ਵੇਚਣ ਦਾ ਸਕੈਂਡਲ ਹੋਵੇ, ਮੇਰਾ ਕੋਈ ਨਸ਼ੇ ਵੇਚਣ ਦਾ ਸਕੈਂਡਲ ਹੋਵੇ, ਮੇਰਾ ਕਿਸੇ ਦਲਾਲੀ ਕਰਨ ਦਾ ਸਕੈਂਡਲ ਹੋਵੇ, ਮੇਰਾ ਕੋਈ ਐਂ ਹੋਵੇ ਵੀ ਮੈਂ ਉਹਦੇ ਦਾ ਫਾਇਦਾ ਉਠਾ ਕੇ ਕਿਸੇ ਦਾ ਕੰਮ ਕਰਾਉਣ ਲਈ ਕਿਸੇ ਤੋਂ ਪੰਜੀ ਲਈ ਹੋਵੇ, ਫਿਰ ਤਾਂ ਆਪਾਂ ਕਹਿ ਸਕਦੇ ਹਾਂ ਵੀ ਉਹਨੂੰ ਕੋਈ ਇਤਰਾਜ਼ ਹੋ ਸਕਦਾ। ਤੇ ਉਹ ਤਾਂ ਫਿਰ ਹਜੇ ਜੇ 1.5 ਮਹੀਨਾ ਪਹਿਲਾਂ ਆਇਆ, ਉਹਨੂੰ 2.5 ਸਾਲ ਦਾ ਕੀ ਪਤਾ ਵੀ ਵਿਨਰ ਕਿੱਥੋਂ ਹੈ ਤੇ ਕਿਵੇਂ ਹੋਇਆ। ਜੇ ਵਿਨਰ ਹੋਇਆ ਤਾਂ ਵਿਨਰ ਹੋ ਕੇ ਵੀ ਕਾਂਗਰਸ ਨਾਲ ਅਫੀਲੀਏਸ਼ਨ ਹੋਣ ਕਰਕੇ, ਕਾਂਗਰਸ ਨਾਲ ਅਟੈਚਮੈਂਟ ਹੋਣ ਕਰਕੇ ਮੈਂ ਤਾਂ ਜਿੱਤੀ ਹੋਈ ਸੀਟ ਵੀ ਕਾਂਗਰਸ ਦੀ ਝੋਲੀ 'ਚ ਲਿਆ ਕੇ ਦੇਤੀ ਹੈ। ਤੇ ਫਿਰ ਕਾਂਗਰਸ ਨੂੰ ਇਸ ਚੀਜ਼ ਦਾ ਵੀ ਖਿਆਲ ਰੱਖਣਾ ਚਾਹੀਦਾ ਵੀ ਜਿਹੜਾ ਜਿੱਤ ਕੇ ਹੋਰ ਪਾਸਿਓਂ ਫਿਰ ਵੀ ਸਾਡੇ 'ਚ ਹੀ ਆ ਗਿਆ, ਸਾਡਾ ਇਹਨਾਂ ਮਾਣ ਰੱਖਿਆ, ਤੇ ਫਿਰ ਮਾਣ ਮੇਰਾ ਵੀ ਪਾਰਟੀ ਨੂੰ ਕਰਨਾ ਪੈਂਦਾ। ਕਾਂਗਰਸ ਪਾਰਟੀ ਦੂਜੀਆਂ ਪਾਰਟੀਆਂ ਦੇ ਬਲੇਮ ਲਾਉਂਦੀ ਆ ਰਹੀ ਹੈ ਕਿ ਨਸ਼ੇ ਦਾ ਕਾਰੋਬਾਰ ਵਧਾਇਆ ਹੈਗਾ, ਤੁਹਾਡੇ ਖੁਦ ਕਾਂਗਰਸ ਵਾਲੇ ਇੱਕ ਦੂਜੇ ਤੇ ਦੋਸ਼ ਲਗਾ ਰਹੇ ਆ ਕਿ ਡੋਪ ਟੈਸਟ ਵੀ ਹੋਣੇ ਚਾਹੀਦੇ ਨਸ਼ੇ ਨੂੰ ਲੈ ਕੇ, ਕਿਵੇਂ ਦੇਖਦੇ ਹੋ? ਤੇ ਡੋਪ ਟੈਸਟ ਤਾਂ ਫਿਰ ਜੇ ਸਾਡੇ ਇੱਕ ਨੌਜਵਾਨ ਆਗੂ ਨੇ ਜਿਹੜੇ ਜ਼ਿਲ੍ਹਾ ਯੂਥ ਦੇ ਪ੍ਰਧਾਨ ਨੇ, ਉਹਨਾਂ ਨੇ ਕੁਐਸਚਨ ਕੀਤਾ ਵੀ ਆਪਾਂ ਡੋਪ ਟੈਸਟ ਕਰਾ ਲੈਂਦੇ ਆ, ਤੇ ਸਿੱਧੂ ਮੂਸੇਵਾਲ ਜੀ ਇਹ ਕਹਿ ਰਹੇ ਆ ਵੀ ਐਂ ਤਾਂ ਗਲਤੀ ਕਿਸੇ ਤੋਂ ਹੋ ਜਾਂਦੀ ਹੈ, ਮੈਂ ਡੋਪ ਟੈਸਟ ਤਾਂ ਕਰਾਉਣਾ ਨਹੀਂ, ਫਿਰ ਭੱਜ ਕੌਣ ਰਿਹਾ ਡੋਪ ਟੈਸਟ ਤੋਂ? ਇਸ ਕਰਕੇ ਫਿਰ ਸੂਈ ਕਿੱਧਰ ਨੂੰ ਜਾਂਦੀ ਹੈ, ਨਸ਼ੇ ਕਰਨ ਦੀ ਜਾਂ ਕਰਾਉਣ ਦੀ ਜਾਂ ਕੋਈ ਹੋਰ ਹੈ? ਤੇ ਇਹ ਵੀ ਤਾਂ ਤੁਹਾਨੂੰ ਸੋਚਣਾ ਚਾਹੀਦਾ। ਹਾਂਜੀ ਹਾਂਜੀ, ਬਸ ਇਹੀ ਹੈ ਮੇਰਾ ਕਹਿਣਾ ਵੀ ਨਸ਼ਿਆਂ ਦੇ ਵਿੱਚ ਦੇਖੋ ਸਾਰੀਆਂ ਪਾਰਟੀਆਂ ਦੇ ਵਿੱਚ ਕੋਈ ਪਾਰਟੀ ਇਹ ਕਲੇਮ ਨਹੀਂ ਕਰ ਸਕਦੀ ਉਹਦੇ ਵਿੱਚ ਸਾਰੇ MLA ਸਾਫ ਸੁਥਰੇ ਨੇ। ਕੋਈ ਪਾਰਟੀ ਤੇ ਤੁਸੀਂ ਇਹ ਬਲੇਮ ਵੀ ਨਹੀਂ ਲਾ ਸਕਦੇ ਵੀ ਉਹਨਾਂ 'ਚ ਕੋਈ ਇਮਾਨਦਾਰ ਨਹੀਂ ਹੈ। ਦੱਸੋ ਕਿਹੜੀ ਪਾਰਟੀ ਹੈ ਜਿਹਦੇ ਕਿਸੇ ਬੰਦੇ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ, ਜਾਂ ਇਹ ਕਹੋ ਵੀ ਜਿਹਦੇ ਸਾਰੇ ਬੰਦਿਆਂ ਨੂੰ ਮਾੜਾ ਕਿਹਾ ਜਾ ਸਕਦਾ। ਤੇ ਜੇ ਨਸ਼ੇ ਸਮਾਜ ਦੇ ਵਿੱਚ ਪਣਪ ਰਹੇ ਨੇ, ਕੋਈ ਤਾਂ ਫਾਇਦਾ ਉਠਾ ਕੇ, ਕੋਈ ਪਾਵਰ ਦਾ ਫਾਇਦਾ ਉਠਾਉਂਦਾ ਹੈ, ਕੋਈ ਆਪ ਦੇ ਬਾਹੂਬਲ ਦਾ ਫਾਇਦਾ ਉਠਾਉਂਦਾ ਹੈ, ਕੋਈ ਕਿਸੇ ਗੈਂਗਸਟਰ ਦਾ ਫਾਇਦਾ ਉਠਾਉਂਦਾ ਹੈ, ਤੇ ਕੌਣ ਨਹੀਂ ਕਰ ਰਿਹਾ ਜਾਂ ਕੋਈ ਹੋਰ ਹੈ, ਉਹ ਸਰਕਾਰਾਂ ਨੂੰ ਦੱਬਣਾ ਚਾਹੀਦਾ। ਪਰ ਮੇਰੇ ਤੁਸੀਂ ਦੱਸ ਦਿਓ ਵੀ ਜੇ ਇਸ ਤਰ੍ਹਾਂ ਦੇ ਕਿਸੇ ਸ਼ਖਸ ਨਾਲ ਸੰਬੰਧ ਦੇਖੇ ਹੋਣ, ਸੁਣਿਆ ਹੋਵੇ, ਮੈਂ ਤੁਹਾਡੇ ਸੁਣੇ ਤੇ ਕਹਿਣ ਤੇ ਵੀ ਵਿਸ਼ਵਾਸ ਕਰੂੰਗਾ ਵੀ ਹਾਂ ਠੀਕ ਹੈ ਜੀ, ਤੁਸੀਂ ਮੇਰੇ ਤੇ ਐਲੀਗੇਸ਼ਨ ਲਾਇਆ। ਲੋਕ ਬਲੀਵ ਤਾਂ ਕਰਨ, ਲੋਕ ਕਹਿਣ ਵੀ ਹਾਂ ਜੀ ਨਾਜਰ ਸਿੰਘ ਇਹੋ ਜਿਹਾ ਹੋ ਸਕਦਾ। ਤੇ ਜੇ ਮੇਰਾ ਕਿਰਦਾਰ 2.5 ਸਾਲਾਂ 'ਚ ਕਾਂਗਰਸ ਨੇ ਦੇਖ ਲਿਆ, ਉਦੋਂ ਪਹਿਲਾਂ 2 ਸਾਲ, ਸਵਾ 2 ਸਾਲ ਲੋਕਾਂ ਨੇ ਦੇਖਿਆ ਆਮ ਆਦਮੀ ਪਾਰਟੀ ਦੇ ਵਿੱਚ, ਤਾਂ ਫਿਰ ਕੋਈ ਕਹਿ ਦੇ। ਜੇ ਕੋਈ ਜਿਸ ਤਰ੍ਹਾਂ ਹੁੰਦਾ ਨਾ ਵੀ ਧੂੰਆਂ ਉੱਠਦਾ ਤਾਂ ਹੀ ਆਪਾਂ ਕਹਿੰਦੇ ਅੱਗ ਬਲੀ ਹੈ, ਤੇ ਧੂੰਆਂ ਉੱਠੇ ਹੀ ਦਿਖਾ ਦਿਓ। ਤੇ ਇਹਨਾਂ ਚੀਜ਼ਾਂ ਦਾ ਜਾਣੀ ਕੋਈ ਕਿਸੇ ਤਰ੍ਹਾਂ ਦੀ ਬੈਕਗਰਾਊਂਡ ਕੋਈ ਸੱਚਾਈ ਨਹੀਂ ਹੁੰਦੀ। ਤੇ ਆਪਾਂ ਜੋ ਕੁਝ ਕਰ ਰਹੇ ਹਾਂ, ਮੈਂ MLA ਦੀ ਪਾਵਰ ਨਹੀਂ, ਮੈਂ ਜ਼ਿੰਮੇਵਾਰੀ ਸਮਝ ਕੇ ਆਪਦੀ ਜ਼ਿੰਮੇਵਾਰੀ ਨਿਭਾ ਰਿਹਾ ਤੇ ਨਿਭਾਉਂਦਾ ਰਹੂੰ। MLA ਸਾਹਿਬ ਮੂਸੇ ਵਾਲੇ ਨੇ ਕਿਹਾ ਵੀ ਆਜ਼ਾਦ ਲੜੂੰਗਾ ਤਾਂ ਤੁਹਾਡੀ ਭਾਵਨਾ ਨੂੰ ਠੇਸ ਪਹੁੰਚੀ। ਬਿਲਕੁਲ ਉਹ ਸਾਲਾ ਪ੍ਰੌੜਾ ਸ਼ਬਦ ਕਹਿ ਰਹੇ ਆ ਕਿ ਉਹ ਜਾਇਜ਼ ਨੇ ਇਹ? ਉਦੋਂ ਬਾਅਦ ਫਿਰ ਮੇਰੀ ਗੱਲ ਸੁਣੋ, ਜੇ ਆਪਾਂ ਬੋਲ ਰਹੇ ਹਾਂ ਤਾਂ ਕੱਲੇ ਸ਼ਬਦ ਹੀ ਤਾਂ ਮੈਨੂੰ ਇਹ ਦੱਸਣਾ ਚਾਹੀਦਾ ਮੈਂ ਸ਼ੁਰੂ ਕਿੱਥੋਂ ਹੋਇਆ, ਕਿਉਂ ਬੋਲਿਆ, ਮੈਂ ਕਿਉਂ ਕ੍ਰਿਟੀਸਾਈਜ਼ ਕੀਤਾ। ਉਹ ਪਹਿਲ ਤਾਂ ਉੱਥੇ ਸੀ ਨਾ। ਐਂ ਤਾਂ ਹੁਣ ਮੈਨੂੰ ਤਾਂ ਕੋਈ ਗਾਣੇ ਗੂਣੇ ਸੁਣਨ ਦਾ ਬਹੁਤਾ ਕੋਈ ਸ਼ੌਕ ਨਹੀਂ, ਕਿਉਂਕਿ ਮੈਂ ਨਹੀਂ ਉਹ ਫੇਸਬੁੱਕ ਤੇ ਬਾਰਿਆ ਵੀ ਸਾਲੇ ਮੇਰੇ ਪ੍ਰਾਹੁਣਾ ਆ ਗਿਆ, ਪ੍ਰਾਹੁਣਾ ਤੇ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਓ ਯਾਰ, ਕਾਂਗਰਸ ਇਹੋ ਜਿਹੇ ਬੰਦੇ ਤੋਂ ਲੈ ਕੇ ਕਾਂਗਰਸ ਅੱਪ ਜਾਊਗੀ ਕਿ ਡਾਊਨ ਜਾਊਗੀ।